स्टूडेंट्स अज असी डिस्कस करांगे रिपटेड जॉइंट्स। रिपटेड जॉइंट्स ਜਿਹੜੇ ਨੇ ਪਰਮਾਨੈਂਟ ਜੁਆਇੰਟਸ ਹੁੰਦੇ ਨੇ। ਕੋਈ ਵੀ ਦੋ ਮੈਟੈਲਿਕ ਸਟਰਕਚਰਸ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਅਸੀਂ ਜਿਹੜੀ ਟੈਕਨੀਕ ਯੂਜ਼ ਕਰਦੇ ਹਾਂ that is called riveting, ਉਹਨੂੰ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਮਾਈਸੈਲਫ ਗੁਰਬਖਸ਼ੀਸ਼ ਸਿੰਘ, ਡਿਪਾਰਟਮੈਂਟ ਆਫ ਆਰਕੀਟੈਕਚਰ, ਗਵਰਨਮੈਂਟ ਪੋਲੀਟੈਕਨਿਕ ਕਾਲਜ ਫॉर गर्ल्स ਪਟਿਆਲਾ ਦੇ ਵਿੱਚ ਮੈਂ ਲੈਕਚਰਰ ਸਿਵਲ ਇੰਜੀਨੀਅਰਿੰਗ ਦਾ। ਅੱਜ ਆਪਾਂ ਇਹਨੂੰ ਡਿਸਕਸ ਕਰਾਂਗੇ। ਇੰਟਰੋਡਕਸ਼ਨ। ਰਿਵਟ ਹੈ ਕੀ ਹੈ? ਪਹਿਲਾਂ ਰਿਵਟ ਇੱਕ ਸਾਡਾ ਇਸ ਤਰੀਕੇ ਦਾ ਸਟਰਕਚਰ ਹੁੰਦਾ ਹੈ ਜਿਹੜਾ ਸਿਲੰਡਰੀਕਲ ਸਟਰਕਚਰ ਹੈ, ਜਿਸ ਦੇ ਵਿੱਚ ਉੱਪਰ ਹੈਡ ਹੁੰਦਾ ਹੈ, ਸ਼ੈਂਕ ਔਰ ਬਾਡੀ ਹੁੰਦੀ ਹੈ ਤੇ ਟੇਲ ਹੁੰਦੀ ਹੈ। ਉਸ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨਾਲ ਜੁਆਇਨ ਕਰਨ ਦੇ ਲਈ ਜਿਹੜੇ ਆ ਸ਼ਿਪਸ ਵਗੈਰਾ ਨੂੰ, ਈਵਨ ਬਿਲਡਿੰਗ ਦੇ ਜਿਹੜੇ ਸਟੀਲ ਸਟਰਕਚਰਸ ਨੇ, ਬ੍ਰਿਜਸ ਨੇ, ਟੈਂਕਸ ਨੇ, ਵਾਟਰ ਟੈਂਕਸ ਹੋ ਗਏ, ਆਇਲ ਟੈਂਕਸ ਹੋ ਗਏ, ਬੋਇਲਰ ਸ਼ੈਲਸ ਹੋ ਗਏ, ਉਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਜੁਆਇਨ ਕਰਨ ਦੇ ਲਈ ਅਸੀਂ ਜਿਹੜੇ ਯੂਜ਼ ਕਰਦੇ ਹਾਂ ਰਿਵਟਸ ਨੂੰ। What is riveting? The process of ਫਿਕਸਿੰਗ ਦਾ ਰਿਵਟਸ। ਜਦੋਂ ਦੋ ਕਿਸੇ ਜੁਆਇੰਟਸ ਨੂੰ ਅਸੀਂ ਆਪਸ ਦੇ ਵਿੱਚ ਜੁਆਇਨ ਕਰਨਾ ਹੈ, ਕਿ ਦੋ ਪਲੇਟਾਂ ਨੂੰ ਆਪਸ 'ਚ ਜੁਆਇਨ ਕਰਨਾ ਹੈ with the ਜਿਹੜੇ ਰਿਵਟਿੰਗ ਦੇ ਨਾਲ, that process is called a riveting. Riveting is the process of forming a rivet joint. For this a rivet is first placed in the hole, ਜਿਹੜੀ ਡਰਿਲ ਕੀਤੀ ਹੋਈ ਹੈ ਉਹਦੇ ਵਿੱਚ। then ਉਸ ਨੂੰ ਜਦੋਂ ਅਸੀਂ ਦੋਨੋਂ ਸਾਈਡ ਤੋਂ ਉਸ ਦੇ ਰਿਵਟਸ ਨੂੰ ਫੋਰਸ ਕਰ ਦਿੰਦੇ ਹਾਂ, ਪਲੇਸ ਕਰ ਦਿੰਦੇ ਹਾਂ, that process is called the riveting. यूज ऑफ रिवट। रिवट्स आर ਜਿਹੜੇ ਰਿਵਟ ਜੁਆਇੰਟਸ ਨੇ ਪਰਮਾਨੈਂਟ ਫਾਸਟਨਿੰਗਸ ਹੁੰਦੇ ਨੇ ਤੇ ਯੂਜ਼ ਕੀਤੇ ਜਾਂਦੇ। ਕਾਮਨਲੀ ਜਿਹੜਾ ਮੈਕਸਿਮਮ ਪਲੇਸਿਸ ਤੇ ਯੂਜ਼ ਕੀਤਾ ਜਾਂਦਾ ਹੈ। ਇਹ ਤੁਹਾਡੇ ਘਰ ਦੇ ਬਰਤਨਾਂ ਤੋਂ ਲੈ ਕੇ ਸ਼ੁਰੂ ਹੋ ਕੇ ਵੱਡੇ ਵੱਡੇ ਸਟੀਲ ਸਟਰਕਚਰਸ ਦੇ ਲਈ, ਬੋਇਲਰਸ ਦੇ ਲਈ, ਇੰਡਸਟਰੀ ਦੇ ਵਿੱਚ, ਸਾਡੇ ਸ਼ਿਪਸ ਦੇ ਵਿੱਚ, ਜੇ ਅਸੀਂ ਆਰਕੀਟੈਕਚਰ ਪੁਆਇੰਟ ਆਫ ਵਿਊ ਤੋਂ ਜਾਂ ਸਿਵਲ ਇੰਜੀਨੀਅਰਿੰਗ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਜਿੰਨੇ ਵੀ ਸਾਡੇ ਕੋਈ ਐਂਗਲ ਸੈਕਸ਼ਨਸ ਨੇ, ਚੈਨਲ ਸੈਕਸ਼ਨਸ ਨੇ ਸਾਡੇ, ਉਹਨਾਂ ਨੂੰ ਆਪਸ ਦੇ ਵਿੱਚ ਜੁਆਇਨ ਕਰਨ ਦੇ ਲਈ ਜਾਂ ਤਾਂ ਅਸੀਂ ਬੈਲਟਸ ਨੂੰ ਯੂਜ਼ ਕਰਦੇ ਹਾਂ ਜਾਂ ਰਿਵਟਸ ਨੂੰ ਯੂਜ਼ ਕਰਦੇ ਹਾਂ, ਜਾਂ ਫਿਰ ਅਸੀਂ ਜਿਹੜੇ ਬੋਲਟਸ ਵਗੈਰਾ ਯੂਜ਼ ਕਰਦੇ ਹਾਂ। ਪਰ ਜਦੋਂ ਜਿਹੜੇ ਬੈਲਟ ਔਰ ਜਿਹੜੇ ਰਿਵਟਸ ਨੇ, ਦੇਸ ਆਰ ਜਿਹੜੇ ਦੋਨੋਂ ਨੂੰ ਅਸੀਂ ਕਹਿੰਦੇ ਆਂਗੇ ਜਿਹੜੇ ਪਰਮਾਨੈਂਟ ਸਟਰਕਚਰਸ। ਐਗਜ਼ਾਮਪਲਸ ਆ ਸ਼ੋ ਹੋ ਰਹੀਆਂ ਨੇ। ਦੇਖੋ ਤੁਹਾਡਾ ਇੱਕ ਕੋਈ ਆਈ ਸੈਕਸ਼ਨ ਹੈ, ਕਾਲਮ ਹੈ, ਉਸ ਨੂੰ ਇੱਕ ਬੀਮ ਦੇ ਨਾਲ ਜੋੜਨਾ, ਆਈ ਬੀਮ ਦੇ ਨਾਲ, ਤਾਂ ਅਸੀਂ ਇੱਥੇ ਚੈਨਲ ਲਗਾ ਕੇ ਆ ਰਿਵਟਸ ਵਗੈਰਾ ਅਟੈਚ ਕਰ ਦਿਆਂਗੇ ਉਹਦੇ ਵਿੱਚ। ਸਿਮਿਲਰਲੀ ਇੱਕ ਆ ਸਾਡਾ ਕੇਸ ਹੈ ਜਿਹਦੇ ਵਿੱਚ ਦੋ ਪਲੇਟਸ ਨੇ ਜਿਹੜੀਆਂ ਨੂੰ ਐਲ ਸ਼ੇਪ ਦੇ ਵਿੱਚ ਅਸੀਂ ਜੁਆਇਨ ਕਰਨ ਜਾ ਰਹੇ ਹਾਂ, ਰਿਵਟਸ ਦੇ ਨਾਲ ਜੁਆਇਨ ਕੀਤਾ। ਜਿਹੜਾ ਸਾਡਾ ਪਲੱਸ ਸਾਈਨ ਹੈ that is ਇਹ ਸ਼ੋ ਕਰ ਰਿਹਾ ਰਿਵਟਸ ਨੂੰ, ਤੇ ਜਿਹੜੀ ਆ ਲਾਈਨ ਸ਼ੋ ਕਰ ਰਹੀ ਹੈ that is the chain riveting. ਰਿਵਟ ਦੀਆਂ ਡਾਇਮੈਂਸ਼ਨਸ ਕੀ ਹੁੰਦੀਆਂ ਨੇ? ਰਿਵਟ ਹੋਲ ਦੀ ਜਿਹੜੀ ਡਾਇਮੈਂਸ਼ਨ ਆ ਉਹਨੂੰ ਅਸੀਂ ਡੀ ਲੈਂਦੇ ਆ ਤੇ ਉਸ ਦਾ 0.95 ਡੀ ਹੈ। ਜਿਹੜਾ ਸ਼ੈਂਕ, ਜਿਹੜੀ ਸ਼ੈਂਕ ਆ ਗਈ ਉਹ 0.95 ਡੀ ਹੁੰਦੀ ਹੈ, ਤੇ ਜਿਹੜੀ ਲੈਂਥ ਆ ਰਿਵਟ ਦੀ 2.25 ਡੀ, ਤੇ ਜਿਹੜੀ ਹੈਗੀ ਰਿਵਟ ਹੈਡ ਆ ਉਸ ਦਾ ਜਿਹੜੀ ਸ਼ੇਪ ਆ 1.6 ਡੀ, ਤੇ ਜਿਹੜੀ ਉਹਦੀ ਹਾਈਟ ਆ that is 0.7 ਡੀ। ਡਾਇਮੈਂਸ਼ਨਸ ਆਫ ਰਿਵਟ ਹੈਡ ਔਰ ਰਿਵਟ ਹੋਲ, ਉਸ ਦੀ ਇੱਕ ਹੋਰ ਪਿਕਚਰ ਹੈ ਜਿਹੜਾ ਸਾਡਾ ਸੈਕਸ਼ਨ ਦੇ ਵਿੱਚ ਅਸੀਂ ਇਹਨੂੰ ਦਿਖਾਇਆ ਹੋਇਆ। ਡਿਫਰੈਂਟ ਟਾਈਪਸ ਆਫ ਰਿਵਟ ਹੈਡਸ ਹੁੰਦੇ ਨੇ, ਇਹ ਨਹੀਂ ਕਿ ਇਕੱਲਾ ਰਾਉਂਡ ਸ਼ੇਪ ਦੇ ਜਿਹੜੇ ਰਿਵਟ ਹੈਡਸ ਨੇ। ਸਨੈਪ ਹੈਡ ਹੋ ਸਕਦਾ, ਹਾਈ ਬਟਨ ਹੈਡ ਹੋ ਸਕਦਾ, ਪੈਨ ਹੈਡ ਹੋ ਸਕਦਾ, ਕੋਨ ਹੈਡ ਹੋ ਸਕਦਾ, ਰਾਉਂਡ ਟਾਪ ਕਾਊਂਟਰ ਸ਼ੰਕ ਹੈਡ ਹੋ ਸਕਦਾ, ਫਲਸ਼ ਕਾਊਂਟਰ ਸ਼ੰਕ ਹੈਡ ਹੋ ਸਕਦਾ, ਫਲੈਟ ਹੈਡ ਹੋ ਸਕਦਾ, ਟਰਸ ਹੈਡ ਹੋ ਸਕਦਾ। ਦੇਰ ਆਰ ਡਿਫਰੈਂਟ ਟਾਈਪਸ ਆਫ ਜਿਹੜੇ ਨੇ ਸਾਡੇ ਕੋਲ ਅਵੇਲੇਬਿਲਿਟੀ ਹੈ ਇਹਨਾਂ ਦੀ। ਉਹ ਜਿਸ ਤਰੀਕੇ ਦੀ ਸਾਡੀ ਨੀਡ ਹੁੰਦੀ ਹੈ, ਜਿਸ ਤਰੀਕੇ ਦੀ ਸ਼ੇਪ ਅਸੀਂ ਚਾਹੁੰਦੇ ਹਾਂ, ਉਦਾਂ ਦੇ ਯੂਜ਼ ਕਰ ਸਕਦੇ ਹਾਂ। ਟਾਈਪਸ ਆਫ ਰਿਵਟ ਜੁਆਇੰਟਸ। ਰਿਵਟ ਜੁਆਇੰਟਸ ਨੂੰ ਅਸੀਂ ਬੇਸਿਕਲੀ ਦੋ ਕੈਟਾਗਰੀ ਦੇ ਵਿੱਚ ਜਿਹੜਾ ਡਿਵਾਈਡ ਕਰਦੇ ਹਾਂ। ਵਨ ਇਜ਼ ਲੈਪ ਜੁਆਇੰਟ ਐਂਡ ਅਨਦਰ ਵਨ ਇਜ਼ ਦਾ ਬਟ ਜੁਆਇੰਟ। ਲੈਪ ਜੁਆਇੰਟ ਤੇ ਬਟ ਜੁਆਇੰਟ ਦੇ ਵਿੱਚ ਕੀ ਡਿਫਰੈਂਸ ਆ ਉਹਨੂੰ ਅਸੀਂ ਡਿਸਕਸ ਕਰਾਂਗੇ। ਲੈਪ ਜੁਆਇੰਟ ਉਹ ਹੈ ਕਿ ਜਦੋਂ ਇੱਕ ਪਲੇਟ ਦੇ ਉੱਤੇ ਦੂਜੀ ਪਲੇਟ ਓਵਰਲੈਪ ਕਰਦੀ ਹੈ ਤੇ ਉਹਨਾਂ ਦੋਨੋਂ ਪਲੇਟਸ ਨੂੰ ਅਸੀਂ ਰਿਵਟਸ ਦੇ ਨਾਲ ਜਿਹੜਾ ਹੈਗਾ ਜੁਆਇਨ ਕਰ ਦਿੰਦੇ। ਆਹ ਸ਼ੇਪ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਤੁਹਾਨੂੰ, that is ਲੈਪ ਜੁਆਇੰਟ। ਤੇ ਜਿਹੜਾ ਸਾਡਾ ਹੈਗਾ ਬਟ ਜੁਆਇੰਟ, ਬਟ ਜੁਆਇੰਟ ਦੇ ਵਿੱਚ ਕੀ ਹੈ ਕਿ ਦੋਨੋਂ ਪਲੇਟਸ ਜਿਹੜੀਆਂ ਨੇ ਉਹ ਟੱਚ ਕਰਦੀਆਂ ਨੇ ਇਕੁਅਲ ਅਲਾਈਨਮੈਂਟ ਦੇ ਵਿੱਚ, ਇੱਕੋ ਅਲਾਈਨਮੈਂਟ ਦੇ ਵਿੱਚ ਟੱਚ ਕਰਦੀਆਂ ਨੇ। ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕਵਰ ਪਲੇਟ ਜਾਂ ਉਹਨੂੰ ਸਟ੍ਰੈਪ ਪਲੇਟ ਵੀ ਕਹਿ ਦਿੰਦੇ ਆ, ਤੇ ਥੱਲੇ ਡਬਲ ਕਵਰ ਪਲੇਟ ਵੀ ਲਗਾ ਸਕਦੇ ਆ। ਉੱਪਰ ਜਾਂ ਥੱਲੇ ਇੱਕ ਲਗਾਈ ਤਾਂ ਸਿੰਗਲ ਕਵਰ ਪਲੇਟ, ਜਾਂ ਦੋਨੋਂ ਪਾਸੇ ਪਲੇਟਸ ਲਗਾ ਕੇ ਉਹਨਾਂ ਦੀ ਰਿਫਟਿੰਗ ਕਰ ਦਿੰਦੇ ਆ, ਜਿਸ ਤਰੀਕੇ ਆ ਸ਼ੋ ਹੋ ਰਹੀ ਹੈ ਤੁਹਾਨੂੰ। one by one join ਕਰਦੇ ਹਾਂ ਡਿਸਕਸ। ਲੈਪ ਜੁਆਇੰਟ। A lap joint is a joint in which one plate is kept over other and then the two plates are riveted together. When the joint is made with
only one row of rivet, it is called single riveted lap joint. ਜੇ 2 rows ਹੋਣਗੀਆਂ that is called double riveted. ਜੇ 3 rows ਹੋਣਗੀਆਂ ਉਹ ਕਹਿਣਗੇ triple riveted. This is the example of single riveted lap joint. ਆ ਪਲੇਟ ਸੀਗੀ, ਮੇਨ ਪਲੇਟ ਆ ਤੇ ਆ ਮੇਨ ਪਲੇਟ, ਇਹਨਾਂ ਦੋਨਾਂ ਨੂੰ ਅਸੀਂ ਇੱਕ ਜਿਹੜੀ ਆ ਚੇਨ ਰਿਫਟਿੰਗ ਦੇ ਨਾਲ ਕੀਤਾ, ਸਿੰਗਲ ਰੋ ਆ, that's why it is called single riveted lap joint. ਜਦੋਂ ਅਸੀਂ ਇੱਕ ਸੈਕਸ਼ਨ ਦੇ ਵਿੱਚ ਦੇਖਾਂਗੇ ਤਾਂ ਸਾਨੂੰ ਸਿਰਫ ਇੱਕ ਸਿੰਗਲ ਰਿਵਟ ਹੀ ਸ਼ੋ ਹੋਊਗਾ। ਆ ਸਾਡਾ ਬਿਟਸ ਦੇ ਅਕੋਰਡਿੰਗ ਇਹ ਰਿਵਟਸ, ਨੰਬਰ ਆਫ ਰਿਵਟਸ ਹੋ ਸਕਦੇ ਨੇ। ਡਬਲ ਰਿਫਟਡ ਦੇ ਵਿੱਚ ਦੇਖੋ 2 ਰੋਜ਼ ਆ ਗਈਆਂ, ਸੈਕਸ਼ਨ ਦੇ ਵਿੱਚ ਵੀ ਸਾਨੂੰ 2 ਆ ਚੇਨ ਰਿਫਟਿੰਗ ਆ, ਚੇਨ ਰਿਫਟਿੰਗ ਦੇ ਵਿੱਚ ਸੈਕਸ਼ਨ ਕੱਟਾਂਗੇ ਤਾਂ ਸਾਨੂੰ ਦੋਨੋਂ ਰਿਵਟਸ ਦਿਖਣਗੇ। ਜਿਗਜੈਗ ਰਿਫਟਿੰਗ ਦੇ ਵਿੱਚ ਸਾਨੂੰ ਇੱਕ ਆ ਰਿਵਟ ਦਿਖ ਰਿਹਾ, ਇੱਥੇ ਨਹੀਂ ਦਿਖ ਰਿਹਾ ਸੈਕਸ਼ਨ ਦੇ ਵਿੱਚ, ਕਿਉਂ? ਕਿਉਂਕਿ ਸੈਕਸ਼ਨ ਇਸ ਜਗ੍ਹਾ ਤੋਂ ਕੱਟਿਆ ਗਿਆ, ਫਸਟ ਜਿਹੜਾ ਰਿਵਟ ਆ ਉਹਦੇ ਵਿੱਚੋਂ ਕੱਟਿਆ ਗਿਆ, that's why ਇੱਕੋ ਹੀ ਸ਼ੋ ਹੋਊਗਾ। butt joint is a joint in which the two plates to be connected are kept in alignment. ਇੱਕ ਆ ਸਾਡੀ ਪਲੇਟ ਸੀਗੀ ਥੱਲੋਂ, ਇੱਕ ਇੱਧਰ ਪਲੇਟ ਆ, ਇਹ ਦੋਨੋਂ ਪਲੇਟਸ ਨੂੰ ਸੇਮ ਅਲਾਈਨਮੈਂਟ 'ਚ ਨੇ, ਇੱਥੇ ਇਹਨਾਂ ਦਾ ਜੁਆਇੰਟ ਆ। ਇਹਨਾਂ ਨੂੰ ਜੁਆਇਨ ਕਰਨ ਦੇ ਲਈ ਅਸੀਂ ਉੱਪਰ ਇੱਕ ਕਵਰ ਪਲੇਟ ਜਾਂ ਸਟ੍ਰੈਪ ਪਲੇਟ ਲਗਾਤੀ ਤੇ ਫਿਰ ਉਸ ਦੀ ਰਿਫਟਿੰਗ ਕਰਤੀ। ਇੱਕ ਰਿਵਟ ਇੱਕ ਮੇਨ ਪਲੇਟ ਦੇ ਵਿੱਚ ਇੱਕ ਰੋ ਰਿਵਟਸ ਦੀ ਲੱਗਣੀ ਜ਼ਰੂਰੀ ਹੈ। ਸਿੰਗਲ ਰਿਵਟਡ ਡਬਲ ਕਵਰ ਪਲੇਟ ਬਟ ਜੁਆਇੰਟ, ਜਿੱਥੇ ਸਿੰਗਲ ਰਿਵਟ ਹੈ ਪਰ ਡਬਲ ਕਵਰ ਕੀਤਾ ਹੋਇਆ। ਦੇਖੋ ਇੱਕ ਆਹ ਪਲੇਟ ਸੀਗੀ, ਇੱਕ ਆ ਦੂਸਰੀ ਪਲੇਟ ਸੀ, ਦੋਨੋਂ ਮੇਨ ਪਲੇਟਸ ਨੂੰ ਅਸੀਂ ਜੁਆਇਨ ਕਰਨੀ, ਇੱਕ ਉੱਪਰ ਕਵਰ ਪਲੇਟ ਲਗਾਤੀ, ਇੱਕ ਥੱਲੇ ਕਵਰ ਪਲੇਟ ਲਗਾਤੀ। ਆ ਸਾਡੀ ਮੇਨ ਪਲੇਟਸ ਨੇ 2, ਇਹਨਾਂ ਦੇ ਉੱਪਰ ਕਵਰ ਪਲੇਟ ਲਗਾਤੀ, ਥੱਲੇ ਕਵਰ ਪਲੇਟ ਲਗਾਤੀ, ਇਹਨਾਂ ਨੂੰ ਇੱਕ ਇਸ ਰੋ ਲਗਾਤੀ, ਇੱਕ ਰੋ ਸਿੰਗਲ ਰਿਵਟਡ। ਤੁਸੀਂ ਕਹੋਗੇ ਸਰ 2 ਰਿਵਟ ਦਿਖ ਰਹੇ ਨੇ, 2 ਰਿਵਟਸ ਇਸ ਲਈ ਦਿਖ ਰਹੇ ਨੇ, ਮੇਨ ਪਲੇਟ 'ਚ ਸਿੰਗਲ ਰਿਵਟਿੰਗ ਹੈ, 2 ਰਿਵਟ ਕਵਰ ਪਲੇਟਸ 'ਚ ਨੇ, ਸੋ ਸਿੰਗਲ ਰਿਵਟਡ ਡਬਲ ਕਵਰ ਜੁਆਇੰਟ ਹੈ। ਜੇ ਇੱਕ ਪਲੇਟ ਹਟਾ ਦਈਏ ਥੱਲੇ ਵਾਲੀ, ਫਿਰ ਇਹ ਸਿੰਗਲ ਰਿਫਟ ਸਿੰਗਲ ਕਵਰ ਪਲੇਟ ਜਾਂ ਸਿੰਗਲ ਸਟ੍ਰੈਪ ਪਲੇਟ ਜੁਆਇੰਟ ਬਣ ਜਾਏ, as shown in the figure this. So this is single riveted, ਸਿੰਗਲ ਜਿਹੜਾ ਹੈਗਾ ਸਾਡਾ ਕਵਰ ਪਲੇਟ ਜੁਆਇੰਟ ਹੈ, ਇਹ ਡਬਲ ਕਵਰ ਪਲੇਟ ਜੁਆਇੰਟ ਆ, 2 ਪਲੇਟਾਂ ਆ ਗਈਆਂ ਨੇ, ਰਿਵਟ ਇਹਨਾਂ 'ਚ ਵੀ ਸਿੰਗਲ ਹੈ। ਇਸ ਦਾ ਪਲਾਨ ਹੋ ਗਿਆ, ਇਸ ਦਾ ਸੈਕਸ਼ਨ ਹੋ ਗਿਆ, ਇਹ ਇਸ ਦਾ ਆਈਸੋਮੈਟ੍ਰਿਕ ਵਿਊ ਦਿਖ ਰਿਹਾ ਸਾਨੂੰ ਉੱਪਰ। ਇੰਪੋਰਟੈਂਟ ਟਰਮੀਨੋਲੋਜੀ ਕੀ ਹੈ ਜਿਹੜੀ ਸਾਡੀ ਪਿਚ ਕੀ ਹੈ? ਜਦੋਂ 2 ਰਿਵਟਸ ਦਾ ਸੈਂਟਰ ਟੂ ਸੈਂਟਰ ਡਿਸਟੈਂਸ, that is called a pitch. Back pitch, it is the perpendicular distance between the center lines of the successive rows. ਇਹ ਮੈਂ ਤੁਹਾਨੂੰ ਅਗਲੀ ਫਿਗਰ ਦੇ ਵਿੱਚ ਦਿਖਾਉਣਾ। Diagonal pitch, it is the distance between the center of the rivets, ਜਿਹੜੇ ਨੇ 2 ਜਿਹੜੇ diagonally rivets ਆਪਸ 'ਚ ਹੋਣਗੇ ਉਹਨਾਂ ਨੂੰ। Marginal, ਜਿਹੜਾ ਕਿਸੇ ਵੀ ਹੋਲ ਤੋਂ ਉਸ ਦੇ ਐਜ ਤੱਕ ਦਾ ਡਿਸਟੈਂਸ, that is marginal pitch. ਸੋ P ਜਿਹੜੀ ਹੈ ਸੈਂਟਰ ਟੂ ਸੈਂਟਰ ਡਿਸਟੈਂਸ, ਆ ਰਿਵਟ ਦੇ ਸੈਂਟਰ ਤੋਂ ਫਸਟ ਵਾਲੇ ਤੋਂ ਸੈਕੰਡ ਦਾ ਜਿਹੜਾ ਉਹ, that is called P denoted by P. PD ਹੈ ਜਿਹੜਾ ਡਾਇਗਨਲਸ ਦਾ, ਤੇ PB ਜਿਹੜਾ ਹੈਗਾ 2 ਰੋਜ਼ ਆਪਸ 'ਚ ਕਿੰਨੀ ਦੂਰੀ ਤੇ ਨੇ, that is PB. M is the marginal, ਸੈਂਟਰ ਤੋਂ ਲੈ ਕੇ ਰਿਵਟ ਦੇ ਜਿਹੜਾ ਨੀਅਰੈਸਟ ਐਜ ਆ ਉਹ ਕਿੰਨੀ ਦੂਰੀ ਤੇ ਹੈ, that is marginal pitch. Strength of the rivet एक बहुत अहम पार्ट है। Strength of a rivet joint is evaluate taking possible failures. Rivet किस तरीके फेल हो सकता, उत्थों उसकी strength calculate की जा सकती है। Since rivets are arranged in periodic manner, the strength of rivet is usually calculated considering one pitch length of the plate. There are 4 possible ways ਕਿਹੜੇ ਹੋ ਸਕਦੇ ਨੇ। Failure of the rivet, tearing of the plate, plate ਜਿਹੜੀ ਆ ਐਜ ਦੇ ਉੱਤੇ tear off ਹੋ ਜੇ, ਟੁੱਟ ਜਾਵੇ। Tearing of the plate across the row, ਨੰਬਰ ਰੋ ਲੱਗੀ ਹੈ ਇੱਕ ਪੂਰੀ ਸਾਡੀ ਰਿਵਟਸ ਦੀ, ਇਹਨਾਂ ਦੇ ਵਿੱਚੋਂ ਟੁੱਟ ਜਾਵੇ। Shearing of the rivets, ਰਿਵਟ ਦਾ ਜਿਹੜਾ shear failure ਹੋ ਜੇ। Crushing of the plate or rivets, 4 ਕੇਸਿਸ ਨੇ ਜਿਹੜੇ ਹੋ ਸਕਦੇ ਨੇ, 1 by 1 ਡਿਸਕਸ ਕਰਦੇ ਹਾਂ। Failure of rivet joint, tearing of the plate on edge, ਜੇ ਮਾਰਜਨਲ ਡਿਸਟੈਂਸ ਘੱਟ ਹੈ, ਮੋਸਟਲੀ 1.5D ਹੁੰਦਾ, ਜੇ ਇਸ ਤੋਂ ਘੱਟ ਹੋਵੇ ਤਾਂ ਇੱਥੋਂ ਸਾਡਾ ਫੇਲੀਅਰ ਹੋਣ ਦਾ ਚਾਂਸ ਰਹਿੰਦਾ ਹੈ। ਸੋ ਆ ਪਲੇਟ ਟੁੱਟ ਜਾਂਦੀ ਹੈ ਇਸ ਜਗ੍ਹਾ ਤੋਂ, ਬਿਲਕੁਲ ਕਾਰਨਰ ਤੋਂ। Tearing of the plate across the row, ਜੇ ਪਿਚ ਘੱਟ ਦਿੱਤੀ ਹੋਈ ਹੈ, distance between 2 rivets ਜਿਹੜਾ ਘੱਟ ਦਿੱਤਾ ਹੋਇਆ, ਜਿਹੜੀ ਸਾਨੂੰ ਪਿਚ ਜਿਹੜੀ ਹੈਗੀ ਮਿਨੀਮਮ D ਹੋਣਾ ਚਾਹੀਦਾ, ਉਸ ਤੋਂ ਘੱਟ ਦਿੱਤਾ ਹੋਇਆ, ਤਾਂ ਫਿਰ ਵੀ ਜਿਹੜਾ ਹੈਗਾ ਇਹ ਕਲੀਅਰ ਡਿਸਟੈਂਸ ਹੈ ਦੋਨਾਂ ਦੇ ਵਿੱਚ D, ਸੈਂਟਰ ਟੂ ਸੈਂਟਰ ਨਹੀਂ। ਸੋ ਜੇ ਕਲੀਅਰ ਡਿਸਟੈਂਸ D ਤੋਂ ਘੱਟ ਆ ਤਾਂ ਫਿਰ ਵੀ ਸਾਡਾ ਜਿਹੜਾ ਫੇਲੀਅਰ ਹੋਣ ਦਾ ਡਰ ਰਹਿੰਦਾ। ਪੂਰੀ ਦੀ ਪੂਰੀ ਪਲੇਟ ਆ ਜਿਹੜੀ ਟੀਅਰ ਆਫ ਹੋ ਜਾਂਦੀ ਹੈ, ਟੁੱਟ ਜਾਂਦੀ ਹੈ, 2 ਪਾਰਟਸ ਦੇ ਵਿੱਚ ਟੁੱਟ ਜਾਂਦੀ ਹੈ।
let P is the ਜਿਹੜਾ pitch of the rivet, D is the diameter of the hole, T is the thickness of plate, ਤੇ permissible tensile stress ਜਿਹੜੀ ਆ ਉਹਨੂੰ ਸਿਗਮਾ T ਦੇ ਨਾਲ ਅਸੀਂ ਡੋਨੇਟ ਕਰੀਏ ਤਾਂ ਜਿਹੜਾ tearing area of per pitch length, that is P minus D, D is the diameter, into T, क्योंकि half diameter ਇਸ ਦਾ ਲੱਗ ਗਿਆ, half ਇਸ ਦਾ, ਇਹਨੂੰ minus ਕਰਕੇ into T, that is the area, into tensile stress, that is the tearing strength of a rivet per pitch length, that is calculated as P minus ND into T sigma T, where N is the number of rivets in a row. Shearing of rivets, the plate which are connected by the rivets exert tensile stress on the rivets, and it is, if the rivets are unable to resist the stress, they are sheared as shown in figure. ਆ ਦੇਖੋ ਸਿੰਗਲ ਪਲੇਟ ਲੱਗੀਆਂ ਹੋਈਆਂ ਨੇ ਤਾਂ ਇੱਥੋਂ ਸ਼ੇਅਰ ਹੋ ਸਕਦਾ ਸਿੰਗਲ ਸ਼ੇਅਰ, ਜੇ ਡਬਲ ਪਲੇਟਾਂ ਲਾਈਆਂ ਨੇ, 3 ਪਲੇਟਾਂ ਸਾਡੇ ਕੋਲ ਲੱਗੀਆਂ ਨੇ, ਫਿਰ ਜਿਹੜਾ ਹੈਗਾ ਉਹ ਡਬਲ ਸ਼ੇਅਰ ਹੋ ਸਕਦਾ, ਇੱਥੋਂ ਵੀ ਟੁੱਟ ਸਕਦਾ, ਇੱਥੋਂ ਵੀ ਟੁੱਟ ਸਕਦਾ, ਕਿਉਂਕਿ ਇਕੁਅਲ ਐਂਡ ਆਪੋਜਿਟ ਫੋਰਸਿਸ ਲੱਗਣਗੀਆਂ, ਪਲੇਟਾਂ ਇੱਕ ਦੂਜੇ ਤੋਂ ਜਿਹੜੀਆਂ ਨੇ ਇੱਕ ਦੂਜੇ ਦੇ ਉੱਤੇ ਸਲਾਈਡ ਕਰਦੀਆਂ ਨੇ, ਉਦੋਂ ਸ਼ੇਅਰ ਫੇਲਿਅਰ ਹੋਣ ਦਾ ਖਤਰਾ ਰਹਿੰਦਾ ਹੈ। ਇਹਦੀ ਸ਼ੇਅਰ ਸਟ੍ਰੈਸ ਕੱਢਣ ਦਾ ਜਿਹੜਾ ਸਾਡਾ ਏਰੀਆ ਗਾ ਰਿਵਟ ਦਾ, ਦੈਟ ਰਿਵਟ ਹੋਲ ਦਾ, ਦੈਟ ਇਜ਼ π/4 into d ਸਕੁਅਰ, ਤੇ ਜੇ ਡਬਲ ਸ਼ੇਅਰ ਹੋ ਗਿਆ ਤਾਂ ਉਹਨੂੰ 2 ਨਾਲ ਮਲਟੀਪਲਾਈ ਕਰ ਦਾਂਗੇ। ਸੋ ਜਿਹੜੀ ਸ਼ੇਅਰਿੰਗ ਸਟਰੈਂਥ ਹੈ ਉਹਨੂੰ ਅਸੀਂ ਟਾਓ ਨਾਲ ਮਲਟੀਪਲਾਈ ਕਰ ਦਈਏ, ਟਾਓ ਇਜ਼ ਦਾ ਸੇਫ ਪਰਮਿਸਿਬਲ ਸ਼ੇਅਰ ਸਟ੍ਰੈਸ, ਜਿਹੜੀ ਸਾਡੀ ਮਟੀਰੀਅਲ ਉੱਤੇ ਡਿਪੈਂਡ ਕਰਦੀ ਹੈ। ਸੋ ਉਹਨਾਂ ਦੋਵਾਂ ਨੂੰ ਮਲਟੀਪਲਾਈ ਕਰ ਦਈਏ ਏਰੀਏ ਨੂੰ ਟਾਓ ਦੇ ਨਾਲ, ਦੈਟ ਇਜ਼ ਸ਼ੇਅਰਿੰਗ ਰੈਜ਼ਿਸਟੈਂਸ ਔਰ ਪੁੱਲ, ਜਾਂ ਇਹਨੂੰ ਸ਼ੇਅਰ ਸਟਰੈਂਥ ਵੀ ਕਹਿ ਦਿੰਦੇ, ਉਹ ਸਾਡੇ ਕੋਲ ਕੈਲਕੂਲੇਟ ਹੋ ਜਾਊਗੀ। Crushing of the plate or rivets, sometimes the rivets do not actually shear or under the tensile stress but are crushed, ਜੇ ਉੱਤੋਂ ਪ੍ਰੈਸ਼ਰ ਪੈਂਦਾ ਤਾਂ ਉਹ ਕ੍ਰਸ਼ ਹੋ ਜਾਂਦੇ ਨੇ, ਟੁੱਟ ਜਾਂਦਾ, ਜਾਂ ਤਾਂ ਰਿਵਟ ਕ੍ਰਸ਼ ਹੋ ਜਾਂਦਾ ਜਾਂ ਪਲੇਟ ਕ੍ਰਸ਼ ਹੋ ਜਾਂਦੀ ਹੈ, ਉਹਨੂੰ ਕਹਿੰਦੇ ਆ ਬੇਰਿੰਗ ਫੇਲੀਅਰ। ਸੋ ਬੇਰਿੰਗ ਸਟ੍ਰੈਸ ਕੱਢਣ ਦੇ ਲਈ D is the diameter of rivet hole, T is the thickness of plate, so N is the number of rivets per pitch length, so ਸਿਗਮਾ C ਸੇਫ ਪਰਮਿਸਿਬਲ ਕ੍ਰਸ਼ਿੰਗ ਸਟਰੈਂਥ, ਇਹਨਾਂ ਨੂੰ ਆਪਸ ਚ ਮਲਟੀਪਲਾਈ ਕਰ ਦਈਏ, ਇਹ ਜਿਹੜਾ ਹੈਗਾ D into T, diameter into thickness, so ਜਿਹੜਾ ਹੈਗਾ ਸਾਡਾ PC, N is the number of rivets per pitch length, D is the diameter, T is the thickness, into sigma C which is the crushing strength, ਇਹ ਸਾਡੇ ਕੋਲ ਆ ਜਾਊਗੀ bearing stress। ਸੋ bearing strength ਆ ਗਈ। ਸੋ ਤਿੰਨੋਂ ਸਟਰੈਂਥ ਸਾਡੀਆਂ ਕੈਲਕੂਲੇਟ ਹੋ ਗਈਆਂ, ਇਹਨਾਂ ਤਿੰਨਾਂ ਚੋਂ whichever is minimum, that strength is called the shearing strength of the rivet, or ਉਹਨੂੰ ਕਹਿ ਸਕਦੇ ਹਾਂ rivet value, ਜਿਹੜੀ minimum ਹੋਊਗੀ। shearing strength, bearing or crushing strength ਜਾਂ tearing resistance, ਤਿੰਨਾਂ ਦੇ ਵਿੱਚੋਂ ਜਿਹੜੀ which one is the minimum, that is the strength of the rivet। efficiency of rivet joint, efficiency of rivet joint ਜਿਹੜੀ ਹੈਗੀ ਕਿ ਇੱਕ ਅਸੀਂ ਪਲੇਟਾਂ ਕੰਸੀਡਰ ਕਰ ਲਈਏ ਕਿ ਉਹਨਾਂ ਦੇ ਵਿੱਚ ਹੋਲਸ ਨਹੀਂ ਹੈਗੇ, ਉਦੋਂ ਉਹਦੀ ਬੇਰਿੰਗ ਸਟਰੈਂਥ ਕੈਲਕੂਲੇਟ ਕਰ ਲਈਏ, ਤੇ ਰਿਵਟ ਵੈਲਿਊ ਨੂੰ ਉਸ ਦੇ ਨਾਲ ਡਿਵਾਈਡ ਕਰ ਦਈਏ, ਸੋਲਿਡ ਪਲੇਟ ਦੀ ਜਿਹੜੀ ਸਟਰੈਂਥ ਆ ਉਹਦੇ ਨਾਲ ਡਿਵਾਈਡ ਕਰ ਦਈਏ, ਦੈਟ ਜਿਹੜੀ ਪਰਸੈਂਟੇਜ ਆ ਰਹੀ ਆ, that is called the efficiency of a rivet। Thanks. This is from my side। rivet ਜਿਹੜੀ ਹੈਗੀ ਵੈਲਿਊ ਕੀ ਆ, ਰਿਵਟ ਕੀ ਨੇ, ਰਿਫਟਿੰਗ ਕੀ ਹੈ, ਨੈਕਸਟ ਜਿਹੜਾ ਉਹਦਾ ਲੈਕਚਰ ਆ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਰਿਵਟਸ ਜਿਹੜੇ ਨੇ ਉਹਨਾਂ ਦੀ ਵੈਲਿਊਜ਼ ਕੈਲਕੂਲੇਟ ਕਿਵੇਂ ਕਰਨੀਆਂ, ਨਿਊਮੈਰੀਕਲਸ ਇਹਨਾਂ ਦੇ ਬੇਸ ਤੇ ਰਿਵਟ ਡਿਜ਼ਾਈਨ ਕਿਵੇਂ ਕਰਨਾ। ਸੋ ਥੈਂਕਸ ਅ ਲੋਟ ਸਟੂਡੈਂਟਸ।